ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ। ਪਹਿਲਾਂ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਕੋਲ 10ਵੀਂ ਕਲਾਸ ਦੀ ਵੀਡੀਓ ਲੈ ਕੇ ਹਾਜ਼ਰ ਆਂਗੇ। ਪੇਪਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਟਰਮ 2 ਦੇ ਸਿਲੇਬਸ ਦੇ ਅਕੋਰਡਿੰਗ ਇਹ ਜੋ ਇੱਕ ਵੀਡੀਓਜ਼ ਦੀ ਲੜੀ ਚਲਾਈ ਹੈਗੀ। ਉਸੇ ਤਹਿਤ ਅੱਜ ਦਾ ਜੋ ਸਾਡਾ ਪਾਠ ਹੈ ਉਹ ਹੈ ਅਰਥ ਸ਼ਾਸਤਰ ਦੇ ਵਿੱਚ ਭਾਰਤ ਵਿੱਚ ਖੇਤੀ ਦਾ ਵਿਕਾਸ, ਜਿਹਦੇ ਵਿੱਚੋਂ ਸਾਨੂੰ ਸਿਲੇਬਸ ਦੇ ਅਨੁਸਾਰ 4 ਅੰਕ ਵਾਲੇ ਪ੍ਰਸ਼ਨ ਆਉਣਗੇ ਅਤੇ ਉਹਨਾਂ ਨੂੰ ਅੱਜ ਆਪਾਂ ਡਿਸਕਸ ਕਰਾਂਗੇ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ। ਤਾਂ ਦੇਖੋ ਜੀ, ਸਮਾਜਿਕ ਸਿੱਖਿਆ ਕਲਾਸ 10ਵੀਂ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ, ਇਹਦੇ ਵਿੱਚੋਂ 4 ਅੰਕਾਂ ਵਾਲੇ ਜੋ ਸਾਡੇ ਪ੍ਰਸ਼ਨ ਬਣਦੇ ਨੇ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਤਾਂ ਦੇਖੋ ਕੀ ਹੈ, ਭਾਰਤੀ ਅਰਥ ਵਿਵਸਥਾ ਦੇ ਵਿੱਚ ਖੇਤੀ ਦਾ ਮਹੱਤਵ ਬਿਆਨ ਕਰੋ। ਸਾਡੀ ਭਾਰਤੀ ਅਰਥ ਵਿਵਸਥਾ, ਇੰਡੀਅਨ ਇਕੋਨਮੀ, ਇਹਦੇ ਵਿੱਚ ਖੇਤੀ ਦਾ ਕੀ ਮਹੱਤਵ ਹੈ ਉਸ ਦੀ ਗੱਲ ਕਰਦੇ ਹਾਂ ਆਪਾਂ। ਤਾਂ ਸਭ ਤੋਂ ਪਹਿਲਾਂ ਕੀ ਆਉਂਦਾ ਹੈਗਾ ਉੱਤਰ ਦੇ ਵਿੱਚ ਕਿ ਸਾਡੇ ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ 40% ਹਿੱਸਾ ਖੇਤੀ ਅਤੇ ਵਣਾਂ ਆਦਿ ਪ੍ਰਾਥਮਿਕ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈ। ਇਹ ਆਪਾਂ ਪਹਿਲਾਂ ਵੀ ਕਾਫੀ ਵਾਰ ਕਰ ਚੁੱਕੇ ਹਾਂ ਕਿ ਸਾਡੀ ਜੋ ਜਨਸੰਖਿਆ ਹੈ ਉਸ ਦਾ 3/4 ਹਿੱਸਾ ਜਾਂ ਕਹਿ ਲਓ ਕਿ 71% ਦੇ ਕਰੀਬ ਜੋ ਸਾਡੀ ਪੋਪੂਲੇਸ਼ਨ ਹੈ ਉਹ ਖੇਤੀਬਾੜੀ ਦੇ ਵਿੱਚ ਲੱਗੀ ਹੋਈ ਹੈ, ਖੇਤੀ ਨਾਲ ਰਿਲੇਟਡ ਕੰਮਾਂ ਦੇ ਵਿੱਚ ਲੱਗੀ ਹੋਈ ਹੈਗੀ। ਤਾਂ ਜਦੋਂ ਇੰਨੀ ਵੱਡੀ ਜਨਸੰਖਿਆ ਸਾਡੀ ਖੇਤੀ ਦੇ ਵਿੱਚ ਲੱਗੀ ਹੋਈ ਹੈ ਤਾਂ ਸੁਭਾਵਿਕ ਗੱਲ ਹੈ ਕਿ ਸਾਡੀ ਰਾਸ਼ਟਰੀ ਆਮਦਨ ਦੇ ਵਿੱਚ ਵੀ ਯੋਗਦਾਨ ਪਊਗਾ। ਤਾਂ 40% ਜੋ ਹੈ ਹਿੱਸਾ ਸਾਡਾ ਰਾਸ਼ਟਰੀ ਆਮਦਨ ਦਾ ਉਹ ਖੇਤੀ 'ਤੇ ਆਧਾਰਿਤ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈਗਾ। ਹੋਰ ਖੇਤੀ ਦਾ ਕੀ ਮਹੱਤਵ ਹੈ ਕਿ ਖੇਤੀ ਤੋਂ ਭਾਰਤ ਦੀ ਜਨਸੰਖਿਆ ਨੂੰ ਭੋਜਨ ਮਿਲਦਾ ਹੈਗਾ, ਪਸ਼ੂਆਂ ਨੂੰ ਚਾਰਾ ਪ੍ਰਾਪਤ ਹੁੰਦਾ ਹੈ। ਰੁਜ਼ਗਾਰ ਦੇ ਮੌਕੇ ਇਹ ਆਪਾਂ ਕਰ ਹੀ ਚੁੱਕੇ ਹਾਂਗੇ ਕਿ 71% ਸਾਡੀ ਜਨਸੰਖਿਆ ਜੋ ਹੈ ਉਹ ਖੇਤੀ ਖੇਤਰ ਦੇ ਵਿੱਚ ਲੱਗੀ ਹੋਈ ਹੈ। ਮਤਲਬ ਕਾਫੀ ਵੱਡੀ ਗਿਣਤੀ ਲੋਕਾਂ ਨੂੰ ਜੋ ਹੈ ਖੇਤੀ ਖੇਤਰ ਤੋਂ ਰੁਜ਼ਗਾਰ ਮਿਲਦਾ ਹੈਗਾ। ਇਸ ਤੋਂ ਇਲਾਵਾ ਉਦਯੋਗ ਹੋ ਗਏ ਸਾਡੇ, ਉਹਨਾਂ ਨੂੰ ਕੱਚਾ ਮਾਲ ਜਿਵੇਂ ਕਿ ਕਪਾਹ, ਪਟਸਨ, ਗੰਨਾ, ਤਿਲ, ਰਬੜ ਜਾਂ ਅਨਾਜ ਫਸਲਾਂ ਜੋ ਹੈ ਉਹ ਸਾਰਾ ਕੁਝ ਖੇਤੀ ਖੇਤਰ ਤੋਂ ਹੀ ਪ੍ਰਾਪਤ ਹੁੰਦਾ ਹੈ। ਪਿੰਡਾਂ ਦੇ ਵਿੱਚ ਜਾਂ ਸਾਡੇ ਜ਼ਿਆਦਾਤਰ ਲੋਕ ਸਹਾਇਕ ਰੁਜ਼ਗਾਰ ਦੇ ਲਈ ਖੇਤੀ ਉੱਪਰ ਦੇ ਹੀ ਨਿਰਭਰ ਕਰਦੇ ਹਨ ਅਤੇ ਰਾਜ ਸਰਕਾਰਾਂ ਨੂੰ ਵੀ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਖੇਤੀ ਖੇਤਰ ਤੋਂ ਹੀ ਪ੍ਰਾਪਤ ਹੁੰਦਾ ਹੈ। ਲੋਕ ਜੋ ਕਿ ਅਨਾਜ ਦਾ ਵਪਾਰ ਕਰਦੇ ਨੇ ਉਹਦੇ ਨਾਲ ਰੁਜ਼ਗਾਰ ਮਿਲਦਾ ਹੈ, ਸਰਕਾਰਾਂ ਨੂੰ ਫਾਇਦਾ ਹੁੰਦਾ ਹੈਗਾ। ਅਤੇ ਸਰਕਾਰਾਂ ਨੂੰ ਕਿਵੇਂ ਫਾਇਦਾ ਹੁੰਦਾ? ਟੈਕਸ ਦੇ ਰੂਪ ਦੇ ਵਿੱਚ। ਸਰਕਾਰ ਨੂੰ ਟੈਕਸ ਦੇ ਰੂਪ ਦੇ ਵਿੱਚ ਵੀ ਕਾਫੀ ਜ਼ਿਆਦਾ ਇਨਕਮ ਪ੍ਰਾਪਤ ਹੁੰਦੀ ਹੈ। ਇਹੀ ਸਾਡੀ ਭਾਰਤੀ ਅਰਥ ਵਿਵਸਥਾ ਦੇ ਵਿੱਚ ਖੇਤੀ ਦਾ ਮਹੱਤਵ ਹੈਗਾ ਕਿ ਭਾਰਤੀ ਖੇਤੀ ਕਾਫੀ ਜ਼ਿਆਦਾ ਮਹੱਤਵਪੂਰਨ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੇ ਪ੍ਰਸ਼ਨ ਦੀ। ਸਾਡੀ ਭਾਰਤੀ ਖੇਤੀ ਦੀਆਂ ਸਮੱਸਿਆਵਾਂ ਕੀ ਨੇਗੀਆਂ? ਸਮੱਸਿਆਵਾਂ ਦਾ ਵਰਣਨ ਕਰੋ। ਤਾਂ ਅਸੀਂ ਸਮੱਸਿਆਵਾਂ ਨੂੰ ਵੀ ਅੱਗੇ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈਗਾ: ਮਨੁੱਖੀ ਸਮੱਸਿਆਵਾਂ, ਸੰਸਥਾਗਤ ਸਮੱਸਿਆਵਾਂ ਅਤੇ ਤਕਨੀਕੀ ਸਮੱਸਿਆਵਾਂ। ਤਾਂ ਪਹਿਲੇ ਨੰਬਰ 'ਤੇ ਅਸੀਂ ਦੇਖਦੇ ਹਾਂ ਮਨੁੱਖੀ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਨੇਗੀਆਂ। ਮਨੁੱਖੀ ਸਮੱਸਿਆਵਾਂ ਦੇ ਵਿੱਚ ਨੰਬਰ 1 'ਤੇ ਕੀ ਹੈ? ਦੇਸ਼ ਵਿੱਚ ਵਧੇਰੇ ਲੋਕ ਸਾਡੇ ਖੇਤੀ ਦੇ ਉੱਤੇ ਨਿਰਭਰ ਕਰਦੇ ਨੇਗੇ, ਜਿਹਦੇ ਕਰਕੇ ਜਨਸੰਖਿਆ ਦਾ ਜ਼ਿਆਦਾ ਦਬਾਅ ਹੈ। ਤਾਂ ਜਿਹਦੇ ਕਰਕੇ ਸਾਡੇ ਖੇਤੀ ਖੇਤਰ ਦੇ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਕਾਫੀ ਦੇਖਣ ਨੂੰ ਮਿਲਦੀ ਹੈ। ਛੁਪੀ ਹੋਈ ਬੇਰੁਜ਼ਗਾਰੀ ਵੀ ਆਪਾਂ ਇੱਕ ਵਾਰੀ ਐਕਸਪਲੇਨ ਕਰ ਦਿੰਦੇ ਹੈਗੇ। ਛੁਪੀ ਹੋਈ ਬੇਰੁਜ਼ਗਾਰੀ ਕੀ ਹੁੰਦੀ ਹੈ ਕਿ ਜਿੱਥੇ ਇੱਕ ਕੰਮ ਦੇ ਵਿੱਚ ਲੋੜ ਤੋਂ ਜ਼ਿਆਦਾ ਲੋਕ ਲੱਗੇ ਹੁੰਦੇ ਨੇ ਕਿ ਕਿਸੇ ਕੰਮ ਦੇ ਵਿੱਚ ਮੰਨ ਕੇ ਚੱਲੋ ਜੇਕਰ 2 ਬੰਦਿਆਂ ਦੀ ਲੋੜ ਹੈ ਅਤੇ ਉੱਥੇ 4 ਲੱਗੇ ਹੋਣ ਤਾਂ ਉਸ ਨੂੰ ਅਸੀਂ ਛੁਪੀ ਹੋਈ ਬੇਰੁਜ਼ਗਾਰੀ ਕਹਾਂਗੇ। ਅਤੇ ਸਾਡੇ ਇਹ ਛੁਪੀ ਹੋਈ ਬੇਰੁਜ਼ਗਾਰੀ ਆਮ ਤੌਰ 'ਤੇ ਖੇਤੀ ਖੇਤਰ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈਗੀ।
ਕਿਉਂਕਿ ਜਨਸੰਖਿਆ ਦਾ ਦਬਾਅ ਕਾਫੀ ਜ਼ਿਆਦਾ ਹੈ, ਜਿਹਦੇ ਕਰਕੇ ਛੁਪੀ ਹੋਈ ਬੇਰੁਜ਼ਗਾਰੀ ਵੱਧ ਰਹੀ ਹੈ। ਹੋਰ ਕੀ ਸਮੱਸਿਆ ਹੈਗਾ ਕਿ ਸਾਡੇ ਕਿਸਾਨ ਅਨਪੜ੍ਹ ਨੇਗੇ, ਅਤੇ ਜਦੋਂ ਅਨਪੜ੍ਹ ਨੇ ਤਾਂ ਉਹਨਾਂ ਨੂੰ ਜਿਹੜੇ ਖੇਤੀ ਦੇ ਨਵੇਂ ਤਰੀਕੇ ਨੇ ਉਹਨਾਂ ਬਾਰੇ ਜਾਣਕਾਰੀ ਨਹੀਂ ਹੈਗੀ। ਖੇਤੀ ਨੂੰ ਉਹ ਪੁਰਾਣੇ ਤਰੀਕਿਆਂ ਨਾਲ ਕਰਦੇ ਨੇ, ਪੁਰਾਣੇ ਢੰਗਾਂ ਦੇ ਨਾਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਸਿੱਖਿਆ ਨਹੀਂ ਮਿਲ ਸਕੀ ਹੈਗੀ। ਤਾਂ ਇਹ ਕੁਝ ਸਮੱਸਿਆਵਾਂ ਨੇ ਮਨੁੱਖੀ। ਉਸ ਤੋਂ ਬਾਅਦ ਹੈ ਗੱਲ ਸੰਸਥਾਗਤ ਸਮੱਸਿਆਵਾਂ। ਸੰਸਥਾਗਤ ਦੇ ਵਿੱਚ ਆਉਂਦਾ ਹੈਗਾ ਖੇਤਾਂ ਦਾ ਆਕਾਰ ਛੋਟਾ ਹੋਣ ਕਰਕੇ ਉਹਨਾਂ 'ਤੇ ਵਿਗਿਆਨਿਕ ਢੰਗਾਂ ਦੇ ਨਾਲ ਅਸੀਂ ਖੇਤੀ ਨਹੀਂ ਕਰ ਸਕਦੇ, ਜਿਹਦੇ ਕਰਕੇ ਸਾਡੇ ਪਸ਼ੂ ਹੋ ਗਏ, ਔਜ਼ਾਰ ਹੋ ਗਏ, ਸਿੰਚਾਈ ਦੇ ਸਾਧਨ ਉਹ ਬੇਕਾਰ ਹੋ ਜਾਂਦੇ ਨੇ। ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕੀਤਾ ਗਿਆ, ਅਤੇ ਪਰੰਤੂ ਇਹਦੇ ਨਾਲ ਵੀ ਜੋ ਹੈ ਸੁਧਾਰ ਨਹੀਂ ਹੋਇਆ ਹੈਗਾ। ਅਜੇ ਵੀ ਕਾਸ਼ਤਕਾਰਾਂ ਦੀ ਹਾਲਤ ਜਿਹੜੀ ਹੈਗੀ ਉਹ ਚੰਗੀ ਨਹੀਂ ਹੈਗੀ। ਇਹ ਹੈਗੀ ਹੈ ਸੰਸਥਾਗਤ ਸਮੱਸਿਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਤਕਨੀਕੀ ਸਮੱਸਿਆ ਦੀ। ਤਕਨੀਕੀ ਸਮੱਸਿਆ ਦੇ ਵਿੱਚ ਕੀ ਹੈ ਕਿ ਭਾਰਤ ਦੀ ਖੇਤੀ ਜ਼ਿਆਦਾਤਰ ਵਰਖਾ ਦੇ ਉੱਤੇ ਨਿਰਭਰ ਕਰਦੀ ਹੈ, ਅਤੇ ਵਰਖਾ ਸਾਡੀ ਅਨਿਸ਼ਚਿਤ ਹੈ, ਫਿਕਸ ਨਹੀਂ ਹੈਗੀ ਕਦੋਂ ਮੀਂਹ ਪਵੇਗਾ, ਕਿੰਨਾ ਮੀਂਹ ਪਵੇਗਾ, ਅਤੇ ਅਨਿਸ਼ਚਿਤਤਾ ਕਰਕੇ ਸਾਡਾ ਖੇਤੀ ਦਾ ਉਤਪਾਦਨ ਵੀ ਅਨਿਸ਼ਚਿਤ ਹੋ ਜਾਂਦਾ ਹੈਗਾ। ਨੰਬਰ 2 ਦੇ ਉੱਤੇ ਕੀ ਹੈ ਕਿ ਸਾਡੀ ਖੇਤੀ ਦੇ ਵਿੱਚ ਅਸੀਂ ਪੁਰਾਣੇ ਔਜ਼ਾਰਾਂ ਦਾ ਪ੍ਰਯੋਗ ਕਰਦੇ ਹੈਗੇ, ਜਿਹਦੇ ਨਾਲ ਭੂਮੀ ਉਤਪਾਦਕਤਾ ਨਹੀਂ ਵੱਧਦੀ ਹੈਗੀ ਅਤੇ ਖੇਤੀ ਉਤਪਾਦਨ ਘੱਟ ਹੋ ਜਾਂਦਾ ਹੈਗਾ। ਅਤੇ ਇਹਦੇ ਵਿੱਚ ਲਾਸਟ ਪੁਆਇੰਟ ਜੋ ਹੈ ਉਹ ਹੈ ਕਿ ਸਾਡੀ ਭਾਰਤ ਦੇ ਵਿੱਚ ਖੇਤੀ ਕਰਨ ਦੇ ਤਰੀਕੇ ਵੀ ਪੁਰਾਣੇ ਨੇਗੇ। ਇਹ ਕੁਝ ਸਮੱਸਿਆਵਾਂ ਸੀ, ਮਨੁੱਖੀ ਸਮੱਸਿਆਵਾਂ, ਸੰਸਥਾਗਤ ਸਮੱਸਿਆਵਾਂ ਅਤੇ ਤਕਨੀਕੀ ਸਮੱਸਿਆਵਾਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਾਡੇ 2 ਪੁਆਇੰਟ ਰਹਿ ਗਏ ਸੀ ਤਕਨੀਕੀ ਸਮੱਸਿਆਵਾਂ ਦੇ ਵਿੱਚ। ਇਹਦੇ ਵਿੱਚ ਕੀ ਹੈ ਕਿ ਵਧੀਆ ਬੀਜ ਨੇ ਜਿਹੜੇ ਖੇਤੀ ਦਾ ਉਤਪਾਦਕਤਾ ਨੂੰ ਵਧਾ ਸਕਦੇ ਨੇ, ਉਹ ਮਹਿੰਗੇ ਨੇਗੇ, ਅਤੇ ਜਿਹਦੇ ਕਰਕੇ ਜਿਹੜੇ ਛੋਟੇ ਕਿਸਾਨ ਨੇ, ਗਰੀਬ ਕਿਸਾਨ ਨੇ, ਇਹਨਾਂ ਨੂੰ ਖਰੀਦ ਨਹੀਂ ਸਕਦੇ ਹੈਗੇ, ਅਤੇ ਜਿਸ ਕਾਰਨ ਪ੍ਰਤੀ ਹੈਕਟੇਅਰ ਉਪਜ ਘੱਟ ਜਾਂਦੀ ਹੈ। ਰਸਾਇਣਿਕ ਖਾਦਾਂ ਵੀ ਮਹਿੰਗੀਆਂ ਨੇਗੀਆਂ, ਜਿਨ੍ਹਾਂ ਨੂੰ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈਗਾ, ਅਤੇ ਉਹ ਵੀ ਜਿਹੜਾ ਹੈਗਾ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਨੇ। ਇਹ ਸਮੱਸਿਆਵਾਂ ਸੀ ਸਾਡੀ ਖੇਤੀ ਦੀਆਂ, ਮਨੁੱਖੀ ਸਮੱਸਿਆਵਾਂ, ਸੰਸਥਾਗਤ ਸਮੱਸਿਆਵਾਂ ਅਤੇ ਤਕਨੀਕੀ ਸਮੱਸਿਆਵਾਂ। ਉਸ ਤੋਂ ਬਾਅਦ ਹੈ ਅਗਲਾ ਪ੍ਰਸ਼ਨ ਸਾਡਾ, ਖੇਤੀ ਦੇ ਵਿਕਾਸ ਦੇ ਵਿੱਚ ਸਰਕਾਰ ਨੇ ਕੀ ਯੋਗਦਾਨ ਪਾਇਆ ਹੈਗਾ। ਤਾਂ ਸਰਕਾਰ ਨੇ ਵੀ ਕਈ ਕਦਮ ਚੁੱਕੇ ਨੇਗੇ। ਨੰਬਰ 1 ਦੇ ਉੱਤੇ ਕੀ ਹੈ, ਸਰਕਾਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ ਕੀਤਾ ਹੈਗਾ, ਜਿਹਦੇ ਨਾਲ ਜਿਹੜੇ ਕਾਸ਼ਤਕਾਰ ਸੀ ਉਹਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਗਿਆ ਹੈ। ਉਸ ਤੋਂ ਬਾਅਦ ਹੈ ਨੰਬਰ 2 ਪੁਆਇੰਟ ਕਿ ਖੇਤੀ ਪ੍ਰਥਾ ਦੇ ਵਿੱਚ ਸੁਧਾਰ ਕਰਨ ਦੇ ਲਈ ਅਲੱਗ-ਅਲੱਗ ਰਾਜਾਂ ਦੇ ਵਿੱਚ ਖੇਤੀ ਨਾਲ ਸੰਬੰਧਿਤ ਕਾਨੂੰਨ ਪਾਸ ਕੀਤੇ ਗਏ ਨੇਗੇ, ਤਾਂ ਜੋ ਖੇਤੀ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। 5 ਸਾਲਾਂ ਯੋਜਨਾਵਾਂ ਸਾਡੇ ਦੇਸ਼ ਦੇ ਵਿੱਚ, ਉਹਦੇ ਵਿੱਚ ਵੀ ਖੇਤੀ ਖੇਤਰ ਦਾ ਵਿਕਾਸ ਕਰਨ ਦਾ ਕਾਫੀ ਯਤਨ ਕੀਤਾ ਗਿਆ ਹੈ। ਖੇਤੀ ਦੀ ਉਤਪਾਦਕਤਾ ਵਧਾਉਣ ਦੇ ਲਈ ਸਿੰਚਾਈ ਦਾ ਵਧੇਰੇ ਵਿਸਥਾਰ ਕੀਤਾ ਗਿਆ ਹੈ। ਸਿੰਚਾਈ ਸਹੂਲਤਾਂ ਹਰ ਇੱਕ ਕਿਸਾਨ ਨੂੰ, ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਜਗ੍ਹਾ ਦੇ ਵਿੱਚ ਉੱਤੇ ਭਾਵ ਕਿ ਹਰ ਇੱਕ ਕਿਸਾਨ ਤੱਕ, ਖੇਤ ਤੱਕ ਪਹੁੰਚਦੀ ਕਰਨ ਦੇ ਲਈ ਉਪਰਾਲੇ ਕੀਤੇ ਗਏ ਨੇ ਸਰਕਾਰ ਦੁਆਰਾ। ਅਤੇ ਜਿੱਥੇ ਸਿੰਚਾਈ ਦੀ ਵਿਵਸਥਾ ਸੰਭਵ ਨਹੀਂ ਹੈਗੀ, ਉੱਥੇ ਸੁੱਕੀ ਖੇਤੀ ਦੀ ਵਿਵਸਥਾ ਵੀ ਕੀਤੀ ਗਈ ਹੈ। ਕਿਸਾਨਾਂ ਨੂੰ ਉੱਨਤ ਬੀਜ, ਖਾਦਾਂ ਉਪਲਬਧ ਕਰਾਉਣ ਦੇ ਲਈ ਸਹਿਕਾਰੀ ਸੰਮਤੀਆਂ ਦੀ ਸਥਾਪਨਾ ਕੀਤੀ ਗਈ ਹੈ, ਅਤੇ ਇਸ ਤੋਂ ਇਲਾਵਾ ਪਸ਼ੂਆਂ ਦੀ ਬਿਮਾਰੀ ਦਾ ਇਲਾਜ ਕਰਨ ਦੇ ਲਈ ਸਰਕਾਰ ਵੱਲੋਂ ਹਸਪਤਾਲ ਵੀ ਖੋਲ੍ਹੇ ਗਏ ਹਨ। ਇਹ ਕੁਝ ਯਤਨ ਨੇ ਜੋ ਕਿ ਸਰਕਾਰ ਨੇ ਖੇਤੀ ਖੇਤਰ ਦੇ ਵਿਕਾਸ ਲਈ ਕੀਤੇ ਨੇਗੇ। ਅਲੱਗ-ਅਲੱਗ ਕਾਨੂੰਨ ਪਾਸ ਕੀਤੇ ਨੇਗੇ, ਯੋਜਨਾਵਾਂ ਚਲਾਈਆਂ ਨੇ, ਸਿੰਚਾਈ ਦੀ ਵਿਵਸਥਾ ਕੀਤੀ ਗਈ ਹੈ, ਸੰਮਤੀਆਂ ਬਣਾਈਆਂ ਗਈਆਂ ਨੇ, ਸਹਿਕਾਰੀ ਸੰਮਤੀਆਂ, ਅਤੇ ਪਸ਼ੂਆਂ ਦੇ ਇਲਾਜ ਲਈ ਹਸਪਤਾਲ ਖੋਲ੍ਹੇ ਗਏ ਹਨ। ਉਸ ਤੋਂ ਬਾਅਦ ਹੈ ਸਾਡਾ ਲਾਸਟ ਪ੍ਰਸ਼ਨ, ਹਰੀ ਕ੍ਰਾਂਤੀ ਦੀ ਸਫਲਤਾ ਦੇ ਲਈ ਮੁੱਖ ਤੱਤਾਂ ਦਾ ਵਰਣਨ ਕਰੋ। ਹਰੀ ਕ੍ਰਾਂਤੀ ਕਿਵੇਂ ਸਫਲ ਹੋਈ ਸੀ, ਕਿਹੜੇ-ਕਿਹੜੇ ਕਾਰਨ ਸੀਗੇ। ਤਾਂ ਨੰਬਰ 1 ਦੇ ਉੱਤੇ ਕਹਿੰਦੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਕੀਤਾ ਗਿਆ। ਹਰੀ ਕ੍ਰਾਂਤੀ ਲਿਆਉਣ ਦੇ ਵਿੱਚ
ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਕੀਤੀ ਗਈ, ਜਿਹਦੇ ਨਾਲ ਅਨਾਜ ਉਤਪਾਦਨ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਇਸ ਤੋਂ ਇਲਾਵਾ ਸਿੰਚਾਈ ਦੇ ਖੇਤਰ ਦੇ ਵਿੱਚ ਹੋਣ ਵਾਲੇ ਵਾਧੇ ਨਾਲ ਵੀ ਹਰੀ ਕ੍ਰਾਂਤੀ ਉੱਤੇ ਪ੍ਰਭਾਵ ਪਿਆ, ਮਤਲਬ ਕਿ ਸਿੰਚਾਈ ਸਹੂਲਤਾਂ ਨੂੰ ਸੁਧਾਰਿਆ ਗਿਆ। ਇਹ ਆਪਾਂ ਪਿਛਲੇ ਕੁਐਸਚਨ 'ਚ ਵੀ ਕੀਤਾ ਹੈਗਾ ਕਿ ਹਰ ਇੱਕ ਖੇਤ ਤੱਕ ਪਾਣੀ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ, ਅਤੇ ਜਿੱਥੇ ਇਹ ਵਿਵਸਥਾ ਨਹੀਂ ਹੋ ਸਕੀ ਉੱਥੇ ਸੁੱਕੀ ਖੇਤੀ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ। ਕਿਸਾਨਾਂ ਨੇ ਵੱਧ ਤੋਂ ਵੱਧ ਟਰੈਕਟਰਾਂ ਦਾ, ਟਿਊਬਵੈੱਲ, ਥ੍ਰੈਸ਼ਰ, ਡੀਜ਼ਲ ਇੰਜਨਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੂੰ ਆਸਾਨੀ ਦੇ ਨਾਲ ਵਧੇਰੇ ਸਾਖ ਸਹੂਲਤਾਂ ਦਿੱਤੀਆਂ ਗਈਆਂ ਨੇ, ਜਿਹਦੇ ਕਰਕੇ ਉਹ ਉੱਨਤ ਬੀਜ, ਖਾਦਾਂ, ਮਸ਼ੀਨਰੀ ਨੂੰ ਖਰੀਦ ਕੇ ਪ੍ਰਯੋਗ ਕਰਨ ਲੱਗ ਪਏ ਹਨ। ਨਵੀਆਂ ਖੋਜਾਂ ਕੀਤੀਆਂ ਗਈਆਂ ਨੇ ਅਤੇ ਉਹਨਾਂ ਨੂੰ ਖੇਤੀ ਦੇ ਵਿੱਚ ਵਰਤਿਆ ਗਿਆ ਹੈਗਾ। ਬੀਜਾਂ ਦਾ ਪ੍ਰਯੋਗ ਕਾਫੀ ਧਿਆਨ ਨਾਲ ਕੀਤਾ ਗਿਆ, ਜਿਹਦੇ ਨਾਲ ਫਸਲਾਂ ਦੇ ਝਾੜ ਦੇ ਵਿੱਚ ਵਾਧਾ ਹੋਇਆ। ਕੀੜੇ ਮਾਰ ਦਵਾਈਆਂ ਦਾ ਪ੍ਰਯੋਗ ਕੀਤਾ ਗਿਆ ਹੈਗਾ, ਜਿਹਦੇ ਨਾਲ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ, ਅਤੇ ਵਿਕਰੀ ਦੀ ਸਹੂਲਤ ਦੇ ਵਿੱਚ ਵੀ ਸੁਧਾਰ ਕੀਤਾ ਗਿਆ। ਮੰਡੀਆਂ ਦੀ ਸਥਾਪਨਾ ਕੀਤੀ ਗਈ, ਜਿਹਦੇ ਨਾਲ ਫਸਲਾਂ ਨੂੰ ਆਸਾਨੀ ਦੇ ਨਾਲ ਵੇਚਿਆ ਜਾ ਸਕੇ। ਇਹ ਕੁਝ ਪੁਆਇੰਟ ਸੀ ਜਿਹਦੇ ਕਾਰਨ, ਜੋ ਕਿ ਹਰੀ ਕ੍ਰਾਂਤੀ ਦੇ ਅਸੀਂ ਸਫਲਤਾ ਦੇ ਕਾਰਨ ਮੰਨਦੇ ਹੈਗੇ, ਕਿ ਰਸਾਇਣਿਕ ਖਾਦਾਂ ਦਾ ਪ੍ਰਯੋਗ ਕੀਤਾ ਗਿਆ, ਸਿੰਚਾਈ ਸਹੂਲਤਾਂ ਨੂੰ ਸੁਧਾਰਿਆ ਗਿਆ, ਵਿਸਾਖ ਸਹੂਲਤਾਂ ਦਿੱਤੀਆਂ ਗਈਆਂ, ਕਿਸਾਨਾਂ ਨੂੰ ਕਰਜ਼ੇ ਵਗੈਰਾ ਉਪਲਬਧ ਕਰਾਏ ਗਏ, ਜਿਹਦੇ ਨਾਲ ਉਹ ਉੱਨਤ ਬੀਜਾਂ ਨੂੰ ਖਰੀਦ ਸਕੇ, ਮਸ਼ੀਨਾਂ ਨੂੰ ਖਰੀਦ ਸਕਣ, ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ, ਕੀੜੇ ਮਾਰ ਦਵਾਈਆਂ ਦਾ ਪ੍ਰਯੋਗ ਕੀਤਾ ਗਿਆ, ਅਤੇ ਵਿਕਰੀ ਦੀ ਸਹੂਲਤ ਨੂੰ ਵੀ ਸੁਧਾਰਿਆ ਗਿਆ। ਇਹ ਅੱਜ ਦੇ ਸਾਡੇ ਪ੍ਰਸ਼ਨ ਸੀ। 4 ਹੀ ਪ੍ਰਸ਼ਨ ਸੀ ਸਾਡੇ। ਥੋੜ੍ਹੇ ਲੰਬੇ ਸੀ। ਕਿਉਂ ਲੰਬੇ ਸੀ? ਕਿਉਂਕਿ ਇਹ 4 ਨੰਬਰ ਵਾਲੇ ਨੇ। ਪਾਠ ਹੈਗਾ ਸੀ ਸਾਡਾ ਭਾਰਤ ਵਿੱਚ ਖੇਤੀ ਦਾ ਵਿਕਾਸ, ਅਤੇ ਇਸ ਪਾਠ ਦੇ ਵਿੱਚੋਂ 4 ਨੰਬਰ ਵਾਲੇ ਪ੍ਰਸ਼ਨ ਆਉਣੇ ਨੇ। ਹੋਰ ਸਿਲੇਬਸ ਦੇ ਅਨੁਸਾਰ ਕੋਈ ਪ੍ਰਸ਼ਨ ਨਹੀਂ ਆਏਗਾ, ਇਕੱਲਾ 4 ਨੰਬਰ ਵਾਲੇ ਪ੍ਰਸ਼ਨ ਆਉਣਗੇ, ਅਤੇ ਉਮੀਦ ਕਰਦੇ ਹਾਂ ਵੀ ਇਹ 4 ਪ੍ਰਸ਼ਨਾਂ ਦੇ ਵਿੱਚੋਂ ਹੀ ਇੱਕ ਪ੍ਰਸ਼ਨ ਜੋ ਹੈ ਉਹ ਸਾਨੂੰ ਪੇਪਰ ਦੇ ਵਿੱਚ ਆਏਗਾ। ਅਤੇ ਅੱਜ ਦੇ ਲਈ ਸਾਡੀ ਕਲਾਸ ਇੰਨੀ ਕੀ ਹੈ, ਅਤੇ ਜਲਦੀ ਮਿਲਦੇ ਹਾਂ ਅਗਲੀ ਕਲਾਸ ਲੈ ਕੇ। ਤਦ ਤੱਕ ਦੇ ਲਈ ਤੁਹਾਡਾ ਧੰਨਵਾਦ।